ਮੋਦੀ ਜਿਹੜੇ ਹੈਗੇ ਆ ਬਹੁਤ ਢੀਠ ਨੇ ਜੀ, ਉਹਨਾਂ ਦੇ ਉੱਤੇ ਅਸਰ ਉਸਰ ਐਡੀ ਜਲਦੀ ਹੁੰਦਾ ਨਹੀਂ। ਮੈਨੂੰ ਹੁਣ ਸਮਝ ਆਇਆ ਕਿ ਕੁਝ ਹੋਂਦ ਦੀ ਲੜਾਈ ਨੂੰ ਇੱਕ ਵੱਖ ਦੇਸ਼ ਦੇ ਰੂਪ ਦੇ ਵਿੱਚ ਲੈ ਰਹੇ ਨੇ। ਲੋਕ ਇਕੱਠੇ ਹੋ ਗਏ, ਸਿੰਗਰ ਇਕੱਠੇ ਹੋ ਗਏ, ਕਿਉਂਕਿ ਸਾਰਿਆਂ ਦੇ ਵਜੂਦ ਦੀ ਲੜਾਈ ਹੈ। ਕੀ ਤੁਹਾਡੇ ਤੇ ਕੋਈ ਦਬਾਅ ਆ ਜਿਸ ਕਰਕੇ ਤੁਸੀਂ ਪਿੱਛੇ ਹਟ? ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਸ਼ੰਭੂ ਜੀ 3 ਮੋਰਚੇ ਲੱਗੇ ਆ, ਸੋ ਉਹ ਮੇਰੀ ਰੂਹ ਨੂੰ ਗਵਾਰਾ ਨਹੀਂ ਖਾਦੇ। ਸੋ ਇਹ ਮੇਰੀਆਂ 4 ਕਿਸਾਨਾਂ ਨੂੰ ਲੈ ਕੇ ਜਿਹੜੀਆਂ ਹੈਗੀਆਂ ਨੇ, ਮੇਰੀਆਂ ਆਪਦੀਆਂ ਜਿਹੜੀਆਂ ਪਰਸਨਲ ਮੈਨੂੰ ਲੱਗਦੀਆਂ ਨੇ, ਇਹ ਡਿਮਾਂਡਸ ਹੋਣੀਆਂ ਚਾਹੀਦੀਆਂ ਨੇ। ਦਿੱਲੀ ਨੂੰ ਸੇਕ ਉਦੋਂ ਲੱਗਣਾ ਜਦੋਂ ਸਾਰੇ ਦਿੱਲੀ ਜਾਵਾਂਗੇ ਜੀ। ਦਿੱਲੀ ਗਏ ਬਿਨਾ ਸੇਕ ਨਹੀਂ ਲੱਗਣਾ ਦਿੱਲੀ ਨੂੰ। ਯਾਰ ਆਹੀ ਚੀਜ਼ ਗਲਤ ਹੋ ਰਹੀ ਆ, ਮੀਡੀਆ ਗਲਤ ਪਾਸੇ ਚੀਜ਼ਾਂ ਨੂੰ ਲੈ ਕੇ ਜਾ ਰਿਹਾ ਆ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਜਦੋਂ ਖੇਤੀ ਆਰਡੀਨੈਂਸ ਆਏ ਸੀ ਤਾਂ ਉਸ ਤੋਂ ਹੀ ਇਸ ਦਾ ਵਿਰੋਧ ਹੋ ਰਿਹਾ ਹੈ। ਹੁਣ ਇਹ ਕਾਨੂੰਨ ਵੀ ਬਣ ਚੁੱਕਿਆ ਤੇ ਚਾਰੇ ਪਾਸੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਕਲਾਕਾਰ ਵੀ ਇਸ ਦਾ ਵਿਰੋਧ ਕਰ ਰਹੇ ਨੇ ਤੇ ਸਮਾਜਿਕ ਕਾਰਕੁਨ ਵੀ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ। ਇਹਨਾਂ ਸਮਾਜਿਕ ਕਾਰਕੁਨਾਂ ਵਿੱਚੋਂ ਹੀ ਇੱਕ ਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰੀ, ਜਿਹੜੇ ਹਮੇਸ਼ਾ ਹੀ ਕਿਸਾਨ ਸੰਘਰਸ਼ਾਂ ਦੀ ਗੱਲ ਕਰਦੇ ਆ। ਪਰ ਅੱਜ ਸਵੇਰੇ ਉਹ ਲਾਈਵ ਹੋਏ ਤੇ ਉਹਨਾਂ ਨੇ ਆਪਣੇ ਲਾਈਵ ਦੇ ਵਿੱਚ ਐਲਾਨ ਕੀਤਾ ਕਿ ਸ਼ੰਭੂ ਮੋਰਚੇ ਤੋਂ ਪਿੱਛੇ ਹਟ ਰਹੇ ਆ। ਇਸ ਪਿੱਛੇ ਕੀ ਕਾਰਨ ਹੈ, ਅਜਿਹੀ ਕਿਹੜੀ ਵਜ੍ਹਾ ਰਹੀ ਕਿ ਸ਼ੰਭੂ ਮੋਰਚੇ ਤੋਂ ਪਿੱਛੇ ਹਟ ਰਹੇ ਆ? ਇਸ ਸਭ ਬਾਬਤ ਗੱਲਬਾਤ ਕਰਾਂਗੇ ਅਸੀਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਦੇ ਨਾਲ। ਮੈਡਮ, ਏਕਮ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ। ਮੈਡਮ, ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਸ਼ੰਭੂ ਮੋਰਚੇ ਦੇ ਉੱਤੇ ਲੋਕਾਂ ਨੂੰ ਆਉਣ ਲਈ ਹਮੇਸ਼ਾ ਸੱਦਾ ਦਿੱਤਾ ਸੀਗਾ। ਤੁਸੀਂ ਕੱਲ ਉੱਥੇ ਪਹੁੰਚੇ ਵੀ ਤੇ ਤੁਸੀਂ ਸਟੇਜ ਦੇ ਉੱਤੇ ਜਿਹੜਾ ਹੈ ਭਾਸ਼ਣ ਵੀ ਦਿੱਤਾ ਸੀਗਾ। ਪਰ ਅੱਜ ਤੁਸੀਂ ਸਵੇਰੇ ਲਾਈਵ ਹੋਏ ਤਾਂ ਤੁਸੀਂ ਪਿੱਛੇ ਹਟਣ ਦੀ ਗੱਲ ਕੀਤੀ। ਇਸ ਪਿੱਛੇ ਕਾਰਨ ਕੀ ਹੈ? ਅਸੀਂ ਨਾ ਜਦੋਂ ਉੱਥੋਂ ਸ਼ੰਭੂ ਮੋਰਚੇ ਤੋਂ ਆਏ, ਰਾਤ ਨੂੰ ਮੇਰੀ ਸਾਰੀ ਟੀਮ ਅਸੀਂ ਸਾਰੇ ਇਕੱਠੇ ਬੈਠੇ ਤੇ ਸਾਡੀ ਘੱਟੋ ਘੱਟ 2-3 ਵਜੇ ਤੱਕ ਮੀਟਿੰਗ ਚੱਲੀ ਗਈ, ਸਾਰਿਆਂ ਦੀ ਡਿਸਕਸ਼ਨ ਚੱਲੀ ਤੇ ਅਸੀਂ ਸਾਰੇ ਪਹਿਲੂ ਦੇਖੇ, ਸਾਰੇ ਪੱਖ ਦੇਖੇ, ਸਾਰਾ ਜੋ ਕੁਝ ਦੇਖਿਆ ਤੇ ਅਸੀਂ ਡਿਸਾਈਡ ਕੀਤਾ, ਦੇਖੋ ਸਾਡੀ ਹੋਂਦ ਦੀ ਲੜਾਈ, ਮੈਨੂੰ ਹੁਣ ਸਮਝ ਆਇਆ ਕਿ ਕੁਝ ਹੋਂਦ ਦੀ ਲੜਾਈ ਨੂੰ ਇੱਕ ਵੱਖ ਦੇਸ਼ ਦੇ ਰੂਪ ਦੇ ਵਿੱਚ ਲੈ ਰਹੇ ਨੇ ਜੀ। ਠੀਕ ਹੈ, ਮੈਨੂੰ ਕੇਰਲਾ ਜਾਣ ਲਈ ਵੀਜ਼ਾ ਨਹੀਂ ਚਾਹੀਦਾ ਜੀ। ਠੀਕ ਹੈ, ਮੈਂ ਜਿਹੜਾ ਫੈਡਰਲ ਸਟਰਕਚਰ ਆ ਉਹਨੂੰ ਪ੍ਰੋਟੈਕਟ ਕਰਕੇ ਰੱਖਣਾ ਚਾਹੁੰਦੀ ਆ, ਸਾਡੇ ਹੱਕ ਦੀ ਲੜਾਈ ਲੜਨਾ ਚਾਹੁੰਦੀ ਆ। ਪਰ ਮੇਰੇ ਅੰਦਰ ਉਹ ਚੀਜ਼ ਨਹੀਂ ਹੈਗੀ ਕਿ ਕੱਲ੍ਹ ਨੂੰ ਮੈਂ ਕੇਰਲਾ ਜਾਣਾ ਹੋਵੇ, ਚੇਨਈ ਜਾਣਾ, ਬੰਗਾਲ ਜਾਣਾ ਹੋਵੇ, ਹਜੂਰ ਸਾਹਿਬ ਜਾਣਾ, ਹੇਮਕੁੰਡ ਜਾਣਾ, ਉਹਦੇ ਲਈ ਮੈਨੂੰ ਵੀਜ਼ਾ ਲੈਣਾ ਪਵੇ। ਇਹ ਪਹਿਲਾਂ ਹੀ ਆਲਰੇਡੀ ਸਾਡੇ ਨਨਕਾਣਾ ਸਾਹਿਬ ਤੋਂ ਟੁੱਟੇ ਬੈਠੇ ਆ। ਸੋ ਇਹ ਚੀਜ਼ਾਂ ਤੇ ਦੂਜੀ ਗੱਲ ਹੈਗੀ ਹੈ ਕਿ ਹੋਂਦ ਦੀ ਲੜਾਈ ਨੂੰ ਉਸ ਤਰੀਕੇ ਨਾਲ ਜੋੜਿਆ ਜਾ ਰਿਹਾ ਆ। ਚਲੋ, ਇਹ ਸ਼ੰਭੂ ਮੋਰਚੇ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਸ਼ੰਭੂ ਮੋਰਚੇ 'ਚ ਹਰ ਧਰਮ ਦੀ, ਹਰ ਜਾਤ ਦੀ, ਪਰ ਪੰਜਾਬੀਆਂ ਦੇ ਸਾਰੇ ਮੁੱਦਿਆਂ ਦੀ ਗੱਲ ਹੋ ਰਹੀ ਆ। ਬਹੁਤ ਚੰਗੀ ਗੱਲ ਆ, ਕੋਈ ਮਾੜੀ ਗੱਲ ਨਹੀਂ। ਅਸੀਂ ਵੀ ਉਹਨਾਂ ਚੀਜ਼ਾਂ ਤੇ ਅੱਜ ਵੀ ਖੜੇ ਆ। ਪਰ ਇਹ ਸੰਘਰਸ਼ ਜਿਹੜਾ ਚੱਲਿਆ ਆ, ਇਹ ਕਿਸਾਨੀ ਦਾ ਸੰਘਰਸ਼ ਚੱਲਿਆ, ਜਿਹਦੇ ਲਈ ਸਾਰਾ ਪੰਜਾਬ ਇਕਜੁੱਟ ਹੋਇਆ। ਜੇ ਅਸੀਂ ਇਸ ਸੰਘਰਸ਼ ਨੂੰ 2 ਰੂਪਾਂ 'ਚ, ਜਿਵੇਂ ਕਿ ਮੀਡੀਆ ਵੱਲੋਂ ਦਿਖਾਇਆ ਗਿਆ ਸਾਰਿਆਂ ਵੱਲੋਂ ਕਿ ਸ਼ੰਭੂ ਅੱਡ, ਕਿਸਾਨ ਯੂਨੀਅਨ ਅੱਡ, ਜੋ ਬਿਆਨਬਾਜ਼ੀਆਂ ਵੀ ਹੋਈਆਂ, ਮੈਂ ਜਿੱਦਣ ਕਿਸਾਨ ਯੂਨੀਅਨ ਨਾਲ ਸਾਡੀ ਮੀਟਿੰਗ ਹੋਈ ਆ, ਮੈਂ ਉਦਣ ਵੀ ਇੱਕੋ ਗੱਲ ਬੋਲੀ ਸੀਗੀ, ਇਨ ਬਿਨੇ ਸਾਡੇ ਬਜ਼ੁਰਗ ਨੇ, ਪਿਓ ਨੇ, ਜਿਵੇਂ ਸਾਨੂੰ ਕਹਿਣਗੇ ਉਵੇਂ ਚੱਲਾਂਗੇ। ਠੀਕ ਆ, ਪਿਓ ਨਾਲੋਂ ਕਈ ਵਾਰ ਸਾਡੇ ਕੋਲ ਸਲਾਹਾਂ ਵੱਧ ਹੋ ਸਕਦੀਆਂ ਨੇ, ਜੋਸ਼ ਵੱਧ ਹੋ ਸਕਦਾ, ਉਹਨਾਂ ਕੋਲ ਤਜਰਬਾ ਜ਼ਿਆਦਾ ਆ, ਸੋ ਅਸੀਂ ਆਪਣੀਆਂ ਸਲਾਹਾਂ ਦੇ ਸਕਦੇ ਆ ਜੀ। ਠੀਕ ਆ, ਪਰ ਮੈਂ ਕਹਾਂ ਉਹਨਾਂ ਨਾਲੋਂ ਟੁੱਟ ਕੇ ਬਿਲਕੁਲ ਬੈਠ ਜਾ, ਮੈਂ ਉਹ ਚੀਜ਼ ਨਹੀਂ ਕਰ ਸਕਦੀ। ਮੈਂ ਪਹਿਲੇ ਦਿਨ ਤੋਂ ਹੀ, ਮੇਰੀ ਇੱਕ ਵਾਰ ਵੀ ਇਹੋ ਜਿਹਾ ਬਿਆਨ ਨਹੀਂ ਆਇਆ ਕਿ ਮੈਂ ਕਿਸਾਨ ਜਥੇਬੰਦੀਆਂ ਨਾਲੋਂ ਅੱਡ ਹੋ ਕੇ ਤੁਰਨਾ। ਨੋ, ਮੈਂ ਇਹ ਗੱਲ ਬੋਲੀ ਸੀਗੀ ਕਿ ਉਹਨਾਂ ਨੂੰ ਮੇਰੀ ਸਪੋਰਟ ਕੰਡੀਸ਼ਨਲ ਆ, ਕਿ ਟਾਈਮ ਬਾਉਂਡ, MSP ਇਕੱਲੀ ਨਹੀਂ। ਮੈਂ ਆ ਦੋਨੋਂ ਗੱਲਾਂ ਕੀਤੀਆਂ। ਉਹ ਸਾਰੀਆਂ ਚੀਜ਼ਾਂ ਤੋਂ ਬਿੱਲਾਂ ਨੂੰ ਵਾਪਸ ਲੜਾਉਣ ਲਈ ਲੜਾਈ ਲੜਨ ਨਾਲ ਆ। ਮੇਰੀਆਂ 4 ਸ਼ਰਤਾਂ ਨੇ, MSP ਜੀ, 100% ਖਰੀਦ ਜੀ, ਕਿਸਾਨਾਂ ਦੀ ਸਬਸਿਡੀ, ਤੇ ਮੇਰੀਆਂ ਸਿਰਫ 4 ਨੇ ਜਿੰਨੀ ਕੁ ਮੈਨੂੰ ਸਮਝ ਆਈ। ਚੌਥੀ ਮੇਰੀ ਹੈਗੀ ਆ ਕਿ ਜੇ ਕੁਦਰਤੀ ਆਫਤ ਹੁੰਦੀ ਆ, ਉਹਨਾਂ ਨੂੰ 100% ਮੁਆਵਜ਼ਾ ਦਿੱਤਾ ਜਾਵੇ। ਸੋ ਇਹ ਮੇਰੀਆਂ 4 ਕਿਸਾਨਾਂ ਨੂੰ ਲੈ ਕੇ ਜਿਹੜੀਆਂ ਹੈਗੀਆਂ ਨੇ, ਮੇਰੀਆਂ ਆਪਦੀਆਂ ਜਿਹੜੀਆਂ ਪਰਸਨਲ ਮੈਨੂੰ ਲੱਗਦੀਆਂ ਨੇ, ਇਹ ਡਿਮਾਂਡਸ ਹੋਣੀਆਂ ਚਾਹੀਦੀਆਂ ਨੇ। ਤੇ ਮੈਨੂੰ ਲੱਗਿਆ ਕਿ ਸਾਰੀਆਂ ਜੰਗਾਂ ਜਿੱਤਣੀਆਂ ਨੇ ਅਸੀਂ, ਪਰ ਇਸ ਸਮੇਂ ਸਾਡੇ ਲਈ ਸਭ ਤੋਂ ਇੰਪੋਰਟੈਂਟ ਜੰਗ ਹੈਗੀ ਆ ਇਹ ਕਾਲੇ ਕਾਨੂੰਨ ਨੂੰ ਵਾਪਸ ਕਰਾਉਣਾ, ਜਿਹਦੇ ਘੋਲ ਦੇ ਵਿੱਚ ਅਸੀਂ ਹੁਣ ਕੁੱਦੇ ਆ।
ਪਰ ਕਿਸਾਨ ਜਥੇਬੰਦੀਆਂ ਬਹੁਤ ਦੇਰ ਤੋਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ। ਤੇ ਸੋ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ, ਤਜਰਬਾ ਜ਼ਿਆਦਾ। ਮੈਨੂੰ ਲੱਗਿਆ ਕਿ ਸਾਡੀ ਨਦਾਨੀ ਕਰਕੇ ਘੋਲ ਨੂੰ ਢਾਹ ਲੱਗ ਰਹੀ ਆ ਜੀ ਠੀਕ ਹੈ। ਤੇ ਇਸ ਲਈ ਮੈਂ ਉੱਥੋਂ ਬੈਕ ਸਟੈਪ ਲਿਆ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕਿਸੇ ਢਾਹ ਦਾ ਕਾਰਨ ਮੈਂ ਬਣਾ। ਜੀ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਪਾਉਂਗੀ ਜੇ ਮੇਰੇ ਕਰਕੇ ਇਹੋ ਜਿਹੀ ਚੀਜ਼ ਹੋਊਗੀ। ਮੇਰੇ ਕਰਕੇ ਇੱਕ ਇਨਸਾਨ ਵੀ ਗਲਤ ਤਰੀਕੇ ਨਾਲ ਸੋਚ ਗਿਆ, ਮੇਰਾ ਮਰਨਾ। ਜੀ ਸੋ ਮੈਂ ਆਪਣੀ ਰੂਹ ਦੀ ਆਵਾਜ਼ ਸੁਣਨਾ ਚਾਹੁੰਦੀ ਹਾਂ। ਤੇ ਮੈਨੂੰ ਮੇਰੀ ਰੂਹ ਨੇ ਕਿਹਾ, ਮੇਰੀ ਟੀਮ ਨੇ ਕਿਹਾ ਕਿ ਅਸੀਂ ਡਟ ਕੇ ਕਿਸਾਨੀ ਬਿੱਲ ਆ ਜਿਹੜੇ ਉਹਨਾਂ ਦਾ ਵਿਰੋਧ ਕਰਨਾ ਆ। ਬਾਕੀ ਲੜਾਈਆਂ ਸਾਡੀਆਂ ਹੈਗੀਆਂ ਨੇ, ਲੜਾਂਗੇ ਠੀਕ ਆ, ਪਰ ਜਿਹੜੀ ਚੀਜ਼ ਦੀ ਸਾਨੂੰ ਸਮਝ ਨਹੀਂ ਐਵੇਂ ਅਸੀਂ ਉਹਨਾਂ ਦੇ ਵਿੱਚ ਟੰਗਾ ਨਾ ਅੜਾਈਏ। ਜੀ ਸਿਮਰਨ ਜੀ, ਅਕਸਰ ਹੀ ਕਿਹਾ ਜਾਂਦਾ ਸੀਗਾ ਕਿ ਸਿਮਰਨ ਜਿਹੜੀ ਹੈ ਬੇਬਾਕ ਹੋ ਕੇ ਬੋਲਦੀ ਹੈ, ਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਸਿਮਰਨ ਹਮੇਸ਼ਾ ਜਿਹੜੀ ਹੈਗੀ ਹੈ ਸੱਚ ਦੇ ਹੱਕ ਦੇ ਵਿੱਚ ਖੜਦੀ ਹੈਗੀ ਹੈ, ਚਾਹੇ ਉਹ ਰੇਪ ਪੀੜਤ ਹੋਣ, ਚਾਹੇ ਉਹ ਜਿਹੜਾ ਹੈਗਾ ਆ ਕਿਸੇ ਔਰਤ ਦੇ ਨਾਲ ਬੇਇਨਸਾਫੀ ਹੋਈ ਹੋਏ। ਤੁਸੀਂ ਹਮੇਸ਼ਾ ਆਵਾਜ਼ ਬੁਲੰਦ ਕੀਤੀ ਤੇ ਤੁਸੀਂ ਸ਼ੰਭੂ ਮੋਰਚੇ ਤੇ ਆਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ, ਤੁਸੀਂ ਲਗਾਤਾਰ ਪੋਸਟਾਂ ਵੀ ਪਾਈਆਂ ਤੇ ਕੱਲ ਤੱਕ ਤੁਸੀਂ ਜਿਹੜਾ ਹੈਗਾ ਆ ਲੋਕਾਂ ਦੇ ਉੱਥੇ ਹੱਕ ਦੇ ਵਿੱਚ ਖੜੇ ਸੀ ਸ਼ੰਭੂ ਮੋਰਚੇ ਦੇ। ਫਿਰ ਰਾਤੋਂ ਰਾਤ ਅਜਿਹਾ ਕੀ ਹੋਇਆ ਨਾ? ਮੈਂ ਤੁਹਾਨੂੰ ਦੱਸਿਆ ਤਾਂ ਰਾਤੋਂ ਰਾਤ ਕੁਝ ਨਹੀਂ। ਜਦੋਂ ਉੱਥੇ ਸ਼ੰਭੂ ਮੋਰਚੇ ਤੇ ਸਾਰਾ ਕੁਝ ਦੇਖਿਆ, ਯਾਰ ਭਾਸ਼ਣ ਤਾਂ ਮੋਦੀ ਵੀ ਦੇਈ ਜਾਂਦਾ ਆ। ਜੀ ਅਸੀਂ ਭਾਸ਼ਣ ਨਹੀਂ ਸੁਣਨੇ ਹੈਗੇ, ਵੀ ਰੀਅਲੀ ਨੀਡ ਐਕਸ਼ਨ। ਟਾਈਮ ਵੇਸਟ ਹੋ ਜੇ ਉਦੋਂ ਪਹਿਲਾਂ ਐਕਸ਼ਨ ਆ। ਵਾਟ ਇਜ਼ ਦੀ ਪਲਾਨ? ਐਟਲੀਸਟ ਕੋਈ ਪਲਾਨ ਤਾਂ ਹੋਵੇ ਠੀਕ ਆ। ਉਹੀ ਬਿਨਾਂ ਗੱਲ ਤੋਂ ਆਪਦੀ એનર્ਜੀ ਵੇਸਟ ਕਰੀਏ ਤੇ ਕੁਝ ਹੋਵੇ ਨਾ, ਤੇ ਸਾਡੇ ਕਰਕੇ ਉਹਨੂੰ ਵੀ ਢਾਹ ਲੱਗ ਜੇ, ਉਹ ਚੀਜ਼ ਨਹੀਂ ਬਰਦਾਸ਼ਤ ਹੈਗੀ। ਦੇਖੋ ਤੁਸੀਂ ਕਹਿ ਰਹੇ ਹੋ ਸੀ ਹੱਕਾਂ ਦੇ, ਮੈਂ ਅੱਜ ਵੀ ਲੜਦੀ ਹਾਂ, ਮੈਂ ਲੜਦੀ ਰਹੂੰਗੀ, ਮਰਦੇ ਦਮ ਤੱਕ ਲੜਦੀ ਰਹੂੰਗੀ। ਮੈਂ ਪਹਿਲਾਂ ਵੀ ਬੋਲਿਆ ਮੈਂ ਕਿਸਾਨ ਦੀ ਧੀ ਹਾਂ ਠੀਕ ਆ। ਮੇਰੇ ਫਾਦਰ ਚਾਹੇ ਬਾਅਦ ਮਤਲਬ ਇੱਥੋਂ ਮੇਰੀ ਫੈਮਿਲੀ ਚਲੀ ਗਈ ਹੈ ਜਾਂ ਫਾਦਰ ਸਾਹਿਬ ਸ਼ਹੀਦ ਹੋ ਗਏ, ਪਰ ਮੈਂ ਇੱਕ ਕਿਸਾਨ ਦੀ ਧੀ ਹਾਂ। ਸਾਡਾ ਜਿਹੜਾ ਕਿੱਤਾ ਆ ਪਿਤਾ ਪੁਰਖੀ, ਉਹ ਕਿਸਾਨੀ ਰਿਹਾ ਆ ਠੀਕ। ਸਾਡੇ ਕੋਲ ਜ਼ਮੀਨ ਆ, ਸਾਨੂੰ ਕਿਸਾਨੀ ਦਰਦ ਦਾ ਪਤਾ, ਸਾਰੀਆਂ ਚੀਜ਼ਾਂ ਸਮਝਦੀਆਂ। ਹੋਰ ਇਹਨਾਂ ਚੀਜ਼ਾਂ ਦਾ ਅਸਰ ਕਿੱਥੇ ਕਿੱਥੇ ਹੋਣਾ, ਸਾਰੀਆਂ ਚੀਜ਼ਾਂ ਦਾ ਪਤਾ। ਤੇ ਮੈਂ ਨਹੀਂ ਚਾਹੁੰਦੀ ਕਿ ਅੱਜ ਜੋ ਮਾਸ ਮੂਵਮੈਂਟ ਬਣਿਆ ਹੋਇਆ ਆ ਉਹਨੂੰ ਸਾਡੀ ਇੱਕ ਅੱਡ ਪਾੜ ਹੋ ਕੇ ਠੀਕ ਆ, ਉਹ ਜੋ ਮੈਸੇਜ ਜਾ ਰਿਹਾ ਆ ਕਿ ਅੱਡ ਹੋ ਗਏ ਉਹ ਜਾਂ ਕੁਝ ਵੀ ਨਾ ਪਹਿਲੇ ਦਿਨ ਸੀਗਾ। ਜੀ ਬਾਕੀ ਇਹ ਰਿਪੋਰਟਾਂ ਆ ਰਹੀਆਂ ਹੈਗੀਆਂ ਨੇ ਕਿ ਇਹਨਾਂ ਦੇ ਵਿੱਚ ਪਾੜ ਪਿਆ ਹੋਇਆ ਹੈ, ਦੋ ਧਰਨੇ ਵੱਖੋ ਵੱਖਰੇ ਚੱਲ ਰਹੇ ਆ। ਕੁਝ ਵੀ ਨਹੀਂਗਾ ਜੀ। ਦੇਖੋ ਵਿਚਾਰਕ ਮਤਭੇਦ ਸਭ ਦੇ ਹੁੰਦੇ ਆ, ਮੈਂ ਆਪਣੇ ਲਾਈਵ 'ਚ ਵੀ ਕਿਹਾ ਵਿਚਾਰਕ ਮਤਭੇਦ ਹੁੰਦੇ ਆ, ਪਰ ਲੜਾਈ ਉਹੀ ਲੜਦਾ ਜਿਹੜੇ ਇਹਦੇ ਲੀਡਰਸ ਨੇ। ਤੇ ਇਸ ਸਮੇਂ ਦੇਖੋ ਜਿਸ ਮੁੱਦੇ ਲਈ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਤੱਕ ਇਕੱਠੀਆਂ ਨਹੀਂ ਹੋਈਆਂ, ਉਹ ਇਕੱਠੀਆਂ ਹੋ ਗਈਆਂ ਜੀ ਠੀਕ ਹੈ। ਲੋਕ ਇਕੱਠੇ ਹੋ ਗਏ, ਸਿੰਗਰ ਇਕੱਠੇ ਹੋ ਗਏ, ਕਿਉਂ? ਕਿਉਂਕਿ ਸਾਰਿਆਂ ਦੇ ਵਜੂਦ ਦੀ ਲੜਾਈ ਆ, ਸਾਡੇ ਸਾਰਿਆਂ ਦੇ ਵਜੂਦ ਦੀ ਲੜਾਈ ਆ, ਪੰਜਾਬ ਦੇ ਵਜੂਦ ਦੀ ਲੜਾਈ ਆ। ਜੇ ਸਾਰੇ ਇਕੱਠੇ ਹੋ ਗਏ, ਅਸੀਂ ਉਸ ਸਮੇਂ ਇੱਕ ਅੱਡ ਚੀਜ਼ ਦੀ ਗੱਲ ਕਰ ਦਈਏ ਠੀਕ ਆ, ਸਾਡੇ ਸਾਰੇ ਮੁੱਦੇ ਜ਼ਰੂਰੀ ਆ, ਪਰ ਇਸ ਸਮੇਂ ਸਾਡਾ ਕਿਸਾਨੀ ਘੋਲ ਮੂਵਮੈਂਟ ਆ ਜਿਹੜਾ ਪੀਕ ਤੇ ਆ, ਜਿਹਨੂੰ ਦੇਖ ਕੇ ਹੋਰ ਪ੍ਰਾਂਤਾਂ 'ਚ ਵੀ ਲਹਿਰ ਉੱਠੀ ਆ। ਮੈਂ ਨਹੀਂ ਚਾਹੁੰਦੀ ਇੱਕ ਗਲਤੀ ਕਰਕੇ ਉਹਨੂੰ ਢਾਹ ਲੱਗੇ ਜਾਂ ਕੋਈ ਵੀ ਮੈਸੇਜ ਗਲਤ ਜਾਵੇ ਜਾਂ ਯੂਥ ਦਾ ਜਿਹੜਾ ਹੌਸਲਾ ਆ ਉਹ ਟੁੱਟੇ। ਨਹੀਂ ਟੁੱਟਣਾ ਚਾਹੀਦਾ, ਕਿਉਂਕਿ ਸਾਰੇ ਇਕੱਠੇ ਆ, ਇਕੱਠੇ ਹੋਣਾ ਜ਼ਰੂਰੀ ਆ। ਹਜੇ ਜਥੇਬੰਦੀਆਂ ਇਕੱਠੀਆਂ ਹੋਈਆਂ, ਸਿੰਗਰ ਯੂਥ ਇਕੱਠਾ ਹੋਇਆ ਆ, ਪਾਰਟੀਆਂ ਵੀ ਇਕੱਠੀਆਂ ਹੋਣ, ਸਭ ਰਲ ਕੇ ਇਸ ਚੀਜ਼ ਦੇ ਖਿਲਾਫ ਲੜਨ। ਜੀ ਬਾਕੀ ਕਹਿੰਦੇ ਕਿ ਏਕਤਾ ਦੇ ਵਿੱਚ ਬਲ ਹੁੰਦਾ, ਜਦੋਂ ਅਸੀਂ ਇਕੱਠੇ ਹੋ ਕੇ ਕਿਸੇ ਚੀਜ਼ ਲਈ ਲੜਦੇ ਆ ਤਾਂ ਅਸੀਂ ਕਾਮਯਾਬੀ ਜ਼ਰੂਰ ਹੁੰਨੇ ਆ। ਸਿਮਰਨਜੀਤ ਕੀ ਤੁਹਾਡੇ ਤੇ ਕੋਈ ਦਬਾਅ ਆ ਜਿਸ ਕਰਕੇ ਤੁਸੀਂ ਪਿੱਛੇ ਹਟੇ ਹੋ, ਜਾਂ ਫਿਰ ਕੋਈ ਹੋਰ ਵਜ੍ਹਾ? ਕੋਈ ਵਜ੍ਹਾ ਤਾਂ ਹੋ ਸਕਦੀ ਹੈ ਨਾ। ਵਜ੍ਹਾ ਮੈਂ ਦੱਸੀ ਤਾਂ ਜਾ ਰਹੀ ਹਾਂ। ਦੇਖੋ ਮੇਰੀ ਵੀ ਇੱਕ ਚੀਜ਼ ਤੇ ਇਸ਼ੂ ਹੈਗਾ ਆ ਕਿ ਮੈਂ ਇਕੱਲੀ MSP ਦੀ ਲੜਾਈ ਨਹੀਂ ਲੜੂੰਗੀ। ਸਾਡੇ ਨਾ ਕਮਿਊਨੀਕੇਸ਼ਨ ਗੈਪਸ ਨੇ ਸਾਰਿਆਂ ਦੇ ਵਿੱਚ ਠੀਕ ਆ। ਮੇਰਾ ਸਿਰਫ ਇੱਕੋ ਇੱਕ ਵਜ੍ਹਾ ਆ, ਅਸੀਂ ਸਾਰੀ ਰਾਤ ਡਿਸਕਸ਼ਨ ਕੀਤੀ ਕੀ ਸਹੀ ਆ ਕੀ ਗਲਤ ਆ, ਤੇ ਮੈਨੂੰ ਆਹੀ ਚੀਜ਼ ਫੀਲ ਹੋਈ ਤੇ ਮੈਨੂੰ ਨਾ ਬੜਾ ਪਛਤਾਵਾ ਹੋਇਆ ਕਿ ਮੈਨੂੰ ਸ਼ੰਭੂ ਖੁਰਦ ਜਾਣਾ ਚਾਹੀਦਾ ਸੀਗਾ ਜੀ ਠੀਕ ਆ। ਕਿਉਂਕਿ ਉੱਥੇ ਕਿਸਾਨਾਂ ਜਥੇਬੰਦੀਆਂ ਨੇ ਮੋਰਚਾ ਲੱਗਿਆ, ਅੱਡ ਮੋਰਚੇ ਲਾਉਣ ਦਾ ਨਹੀਂ ਫਾਇਦਾ। ਸ਼ੰਭੂ ਦੇ ਵਿੱਚ ਹੀ 3 ਧਰਨੇ, ਉਹ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਸ਼ੰਭੂ 'ਚ ਹੀ 3 ਮੋਰਚੇ ਲੱਗੇ ਆ। ਸੋ ਉਹ ਮੇਰੀ ਰੂਹ ਨੂੰ ਗਵਾਰਾ ਨਹੀਂ ਖਾਦੇ। ਸੋ ਮੈਨੂੰ ਲੱਗਿਆ ਕਿ ਧਰਨਾ ਅੱਡ ਲੱਗਣ ਪੰਜਾਬ ਦੇ ਵਿੱਚ ਜਿਵੇਂ ਲਾ ਰਹੇ ਆ ਜੀ, ਪਰ ਐਟਲੀਸਟ ਇੱਕ ਜਗ੍ਹਾ ਦਾ ਤਾਂ ਇੱਕ ਧਰਨਾ ਹੋਵੇ ਨਾ ਜੀ। ਜੇ ਸ਼ੰਭੂ ਉੱਥੇ 3 ਧਰਨੇ ਨਹੀਂ ਹੋਣੇ ਚਾਹੀਦੇ, ਉਹ ਇੱਕੋ ਹੋਣਾ ਚਾਹੀਦਾ। ਉਹ ਅਸੀਂ ਰਲ ਕੇ ਵੀ ਲਾ ਸਕਦੇ ਆ ਠੀਕ ਆ। ਸਾਡੇ ਹੋਰ ਵੀ ਮੁੱਦੇ ਹੈਗੇ ਨੇ ਜੀ, ਪਰ ਪਹਿਲਾਂ ਅਸੀਂ ਇੱਕ ਜੰਗ ਦਾ ਜਿੱਤ ਲਈਏ। ਇਕੱਠੀਆਂ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਹੁੰਦੀਆਂ ਜੀ ਠੀਕ ਹੈ ਨਾ। ਪਹਿਲਾਂ ਇੱਕ ਜੰਗ ਜਿੱਤ ਲਈਏ, ਦੂਜੀਆਂ ਵੀ ਜਿੱਤ ਲਾਂਗੇ ਜੀ। ਬਿਲਕੁਲ। ਜੇਕਰ ਅਸੀਂ ਸਿਮਰਨਜੀਤ ਕੌਰ ਗੱਲ ਕਰੀਏ ਤਾਂ ਭਵਿੱਖ ਦੇ ਵਿੱਚ ਤੁਸੀਂ ਕਿਹਨਾਂ ਦੇ ਨਾਲ ਜਾਓਗੇ, ਕਿਹੜੀ ਜਗ੍ਹਾ ਦੇ ਉੱਤੇ ਜਾ ਕੇ ਸੰਘਰਸ਼ ਕਰੋਗੇ, ਕਿਸਾਨਾਂ ਦੇ ਹੱਕਾਂ ਦੀ ਲੜਾਈ ਕਿੱਥੇ ਜਾ ਕੇ ਲੜੋਗੇ? ਮੈਂ ਤੁਹਾਨੂੰ ਕਿਹਾ ਕਿ
ਕਿਸਾਨ ਜਥੇਬੰਦੀਆਂ ਅਗਵਾਈ ਕਰ ਰਹੀਆਂ ਨੇ, ਸਾਲਾਂ ਦਾ ਸੰਘਰਸ਼ ਆ ਉਹਨਾਂ ਦਾ। ਠੀਕ ਹੈ, ਇਲਜ਼ਾਮ ਸਭ ਤੇ ਹੀ ਲੱਗਦੇ ਆ। ਜੇ ਉਹਨਾਂ ਦੇ ਵਿੱਚੋਂ ਕੁਝ ਲੋਕ ਦੇ ਉੱਤੇ ਵਿਕਾਊ ਹੋਣ ਦਾ ਇਲਜ਼ਾਮ ਲੱਗਦਾ, ਮੈਂ ਆਪ ਨਹੀਂ ਦੇਖਿਆ, ਸਿਰਫ ਸੁਣੀਆਂ ਸੁਣਾਈਆਂ ਗੱਲਾਂ ਨੇ। ਸੁਣਨ ਸੁਣਾਉਣ ਨੂੰ ਸਾਡੇ ਬਾਰੇ ਬਥੇਰਾ ਕੁਝ ਲੋਕ ਬੋਲ ਦਿੰਦੇ ਆ। ਸੋ ਉਹ ਲੜਾਈ ਲੜ ਰਹੇ ਨੇ, ਉਹ ਸਭ ਤੋਂ ਪਹਿਲਾਂ ਦੇ ਲੜ ਰਹੇ ਨੇ। ਸੋ ਉਹਨਾਂ ਨੂੰ ਤਜਰਬਾ ਆ, ਠੀਕ ਆ। ਜਿੱਥੇ ਉਹ ਗਲਤ ਹੋਣਗੇ ਉਸ ਚੀਜ਼ ਦਾ ਵਿਰੋਧ ਕਰਾਂਗੇ, ਉਹਨਾਂ ਨੂੰ ਦੱਸਾਂਗੇ, ਠੀਕ ਆ, ਪਰ ਲੜਾਈ ਉਹਨਾਂ ਦੇ ਨਾਲ ਹੀ ਲੜਾਂਗੇ। ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਰੋਸ ਧਰਨਿਆਂ ਦੇ ਨਾਲ ਮੋਦੀ ਸਰਕਾਰ ਜਿਹੜੀ ਹੈ, ਜੋ ਕੇਂਦਰ ਦੀ ਸਰਕਾਰ ਹੈ, ਉਹਦੇ ਕੰਨਾਂ ਦੇ ਉੱਤੇ ਜੂੰ ਸਰਕ ਸਕਦੀ ਹੈ ਕਿ ਨਹੀਂ? ਯਾਰ ਮੋਦੀ ਜਿਹੜੇ ਹੈਗੇ ਆ ਨਾ, ਬਹੁਤ ਢੀਠ ਨੇ ਜੀ। ਉਹਨਾਂ ਦੇ ਉੱਤੇ ਅਸਰ ਐਡੀ ਜਲਦੀ ਹੁੰਦਾ ਨਹੀਂ। ਦਿੱਲੀ ਨੂੰ ਸੇਕ ਉਦੋਂ ਲੱਗਣਾ ਜਦੋਂ ਸਾਰੇ ਦਿੱਲੀ ਜਾਵਾਂਗੇ। ਜੀ, ਦਿੱਲੀ ਗਏ ਬਿਨਾ ਸੇਕ ਨਹੀਂ ਲੱਗਣਾ ਦਿੱਲੀ ਨੂੰ। ਸੋ ਬਾਕੀ ਹਾਂ, ਜਿਹੜੇ ਟੋਲ ਪਲਾਜ਼ੇ ਰੋਕਦੇ ਆ, ਰੈਵਨਿਊ ਰੋਕਦਾ ਸੈਂਟਰ ਗਵਰਨਮੈਂਟ ਦਾ, ਉਸ ਚੀਜ਼ ਦਾ ਅਸਰ ਹੁੰਦਾ। ਰਿਲਾਇੰਸਾਂ ਦੇ ਮੈਂ ਦੱਸਿਆ ਸੀਗਾ ਮੈਂ ਪਹਿਲਾਂ ਵੀ, ਹੈ ਨਾ, ਵੀ ਰਿਲਾਇੰਸਾਂ ਦੇ ਪੰਪ, ਉਹ ਸਾਰੀਆਂ ਚੀਜ਼ਾਂ ਤਾਂ ਹੈਗੀਆਂ, ਪਰ ਜੇ ਉਹਨਾਂ ਦੇ ਆਪਾਂ ਸੈਲੋਸ ਦੇ ਉੱਤੇ ਕਬਜ਼ਾ ਕਰਾਂਗੇ। ਕੁਝ ਕਾਂਗਰਸੀ ਲੀਡਰ ਮੈਨੂੰ ਜਾਣਦੇ, ਮੈਂ ਉਹਨਾਂ ਨੂੰ ਵੀ ਸਲਾਹ ਦਿੱਤੀ ਵੀ ਇੱਦਾਂ ਕਰਕੇ ਕੀਤਾ ਜਾਵੇ, ਵੀ ਤੁਸੀਂ ਮਤੇ ਪਾਸ ਕਰੋ, ਆਰਡੀਨੈਂਸ ਪਾਸ ਕਰੋ ਤੇ ਉਹਨਾਂ ਦੇ ਸੈਲੋਸ ਨੂੰ ਕਬਜ਼ੇ ਦੇ ਵਿੱਚ ਲਓ ਤੇ ਬਿੱਲ ਕਲੈਪਸ ਹੋ ਜਾਊਗਾ। ਕਿਉਂਕਿ ਉਹਦੇ ਵਿੱਚ ਹੈਗਾ ਆ ਕਿ ਪ੍ਰਾਈਵੇਟ ਪਲੇਅਰ ਉਹੀ ਖਰੀਦ ਸਕਦੇ ਆ ਜਿਹੜੀ ਫਸਲ, ਜਿਨ੍ਹਾਂ ਕੋਲ ਆਪਣੇ ਗੋਦਾਨ ਹੋਣਗੇ। ਜਿਹਦੇ ਕੋਲ ਗੋਦਾਨ ਹੀ ਨਹੀਂ ਹੋਣਗੇ ਉਹ ਕਿਵੇਂ? ਤੇ ਜੇ ਇਹਨਾਂ ਦੇ ਗੋਦਾਨਾਂ ਨੂੰ ਸਰਕਾਰ ਆਪਦੇ ਕਬਜ਼ੇ 'ਚ ਲੈ ਲੇ, ਫਿਰ ਤਾਂ ਬਚੇ ਹੀ ਕੀ ਆ, ਹਨਾ। ਸੋ ਉਹ ਚੀਜ਼ ਦਾ ਆਈਡੀਆਜ਼ ਹੈਗੇ ਆ। ਸੋ ਲੜਾਈ ਆ, ਬੜੇ ਤਰੀਕੇ ਨਾਲ ਲੜਨੀ ਪੈਣੀ ਆ। ਇਹਦੇ ਵਿੱਚ ਬਹੁਤ ਸ਼ਰਾਰਤੀ ਅਨਸਰ ਆਉਣੇ ਆ, ਜਿਨ੍ਹਾਂ ਨੇ ਮੂਵਮੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਜਿਨ੍ਹਾਂ ਨੇ ਇਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰਨੀ ਆ। ਜਜ਼ਬਾਤੀ ਹੋ ਕੇ ਸਹੀ ਨੇ ਸਾਡੇ ਯੂਥ ਆ ਜਿਹੜੇ ਨਾਅਰੇਬਾਜ਼ੀ ਕਰ ਦਿੰਦੇ ਆ, ਖਾਲਿਸਤਾਨ ਦੇ ਨਾਅਰੇ ਲਾ ਦਿੰਦੇ ਆ, ਉਹਦੇ ਨਾਲ ਇਹ ਨਹੀਂਗਾ ਕਿ ਠੀਕ ਆ, ਉਹਨਾਂ ਦੇ ਨਾਅਰੇ ਲਾਉਣ ਦੀ ਆਜ਼ਾਦੀ ਆ, ਹੱਕ ਆ ਸਭ ਦਾ। ਜਿਹਨੂੰ ਜੋ ਚੀਜ਼ ਸਹੀ ਲੱਗਦੀ ਆ ਅਗਲੇ ਦਾ ਹੱਕ ਆ, ਪਰ ਇਹ ਨਹੀਂ ਨਾ ਵੀ ਕੱਲ੍ਹ ਨੂੰ ਉਹਨਾਂ ਦੇ ਉੱਤੇ UAPA ਥੋਪ ਦਿੱਤੀ ਜਾਵੇ ਤੇ ਕਿਸਾਨ ਮੂਵਮੈਂਟ ਨੂੰ ਹੋਰ ਮੂਵਮੈਂਟ ਦਾ ਨਾਮ ਦੇ ਦਿੱਤਾ ਜਾਵੇ। ਸੋ ਇਹ ਮੂਵਮੈਂਟ ਬੜਾ ਸੰਜੀਦਗੀ ਨਾਲ, ਸ਼ਾਂਤੀ ਦੇ ਨਾਲ, ਸਮਝਦਾਰੀ ਨਾਲ ਲੜਨ ਦੀ ਲੋੜ ਆ। ਇਹਦੇ ਵਿੱਚ ਲੀਡਰੀ ਜਾਂ ਆਪਣੀ ਚੌਧਰ ਜਾਂ ਆਪਣੀ ਉਹ ਕਰਨ ਦੀ ਲੋੜ ਨਹੀਂ ਹੈਗੀ। ਸੋ ਮੇਰੇ ਵਰਗੇ ਨੂੰ, ਮੈਨੂੰ ਲੱਗਦਾ ਕਿ ਇੰਨੀ ਸਮਝ ਨਹੀਂ ਹੈਗੀ ਕਿ ਮੈਂ ਉਹਨਾਂ ਦੇ ਘੋਲ ਨੂੰ, ਮਤਲਬ ਉਹ ਵੱਡੇ ਨੇ, ਬਜ਼ੁਰਗ ਨੇ, ਸੋ ਉਹਨਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ ਸਾਨੂੰ, ਤੇ ਉਹ ਚੱਲਣਗੇ ਤੇ ਜਿੱਤਾਂਗੇ। ਜੀ, ਜਦੋਂ ਕਿਸਾਨ ਭਵਨ ਦੇ ਵਿੱਚ ਤੁਹਾਡੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਸੀਗੀ, ਉਦੋਂ ਇਹ ਫੈਸਲਾ ਕੀਤਾ ਗਿਆ ਸੀ ਕਿ 14 ਮੈਂਬਰੀ ਕਮੇਟੀ ਬਣਾਈ ਜਾਏਗੀ। ਉਹ ਕਮੇਟੀ ਕਿਉਂ ਨਹੀਂ ਬਣੀ? ਤੁਹਾਨੂੰ ਕੀ ਲੱਗਦਾ ਆ? ਯਾਰ ਦੇਖੋ, ਮੈਨੂੰ ਤਾਂ ਪਤਾ ਨਹੀਂ ਨਾ ਤਾਂ ਮੈਨੂੰ ਕਿਸੇ ਨੇ ਇਨਫੋਰਮ ਕੀਤਾ। ਉਹਨਾਂ ਕੋਲ ਮੇਰੇ ਨੰਬਰ ਤਾਂ ਹੈਗੇ ਆ, ਸਾਨੂੰ ਕੁਝ ਨਹੀਂ ਇਨਫੋਰਮ ਕੀਤਾ। ਕੋਈ ਕਮੇਟੀ ਬਣੀ ਨਹੀਂ ਗੀ। ਹੁਣ ਪਤਾ ਨਹੀਂ ਕਿਉਂ ਨਹੀਂ ਬਣੀ। ਜੀ, ਮੈਨੂੰ ਤਾਂ ਕੋਈ ਦਿੱਕਤ ਨਹੀਂ, ਮੈਂ ਤਾਂ ਕਮੇਟੀ 'ਚ ਹੋਵਾਂ ਨਾ ਹੋਵਾਂ ਤਾਂ ਵੀ ਨਹੀਂ ਫਰਕ ਹੈਗਾ। ਆਪਾਂ ਨੂੰ ਤਾਂ ਹੁਕਮ ਕਰ ਦੇਣਗੇ, ਜੋ ਸਹੀ ਲੱਗੂਗਾ ਆਪਾਂ ਸਹੀ ਦਾ ਸਾਥ ਦੇ ਦਾਂਗੇ, ਕਿਉਂਕਿ ਆਪਾਂ ਤਾਂ ਹੱਕ ਸੱਚ ਦੀ ਲੜਾਈ ਲੜਨ ਵਾਲੇ ਆ। ਜੀ, ਕਿਉਂਕਿ ਤੁਸੀਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸੀਗੇ, ਤੁਸੀਂ ਉਹ 'ਚ ਖੜੇ ਸੀਗੇ। ਮੈਂ ਉਹ 'ਚ ਖੜੀ ਸੀਗੀ, ਮੈਂ ਉਸ ਮੀਟਿੰਗ ਦਾ ਪਾਰਟ ਸੀਗੀ। ਤੇ ਬਸ ਆਹੀ ਚੀਜ਼ ਆ ਵੀ ਪਤਾ ਨਹੀਂ ਕਮੇਟੀ ਕਿਉਂ ਨਹੀਂ ਬਣਾਈ ਗਈ। ਸ਼ਾਇਦ 7 ਤਰੀਕ ਨੂੰ ਮੀਟਿੰਗ ਆ, ਦੁਬਾਰਾ ਬਣਾ ਲੈਣ। ਜੀ, ਜਾਨੀ ਕਿ ਜੇਕਰ ਆਪਾਂ ਗੱਲ ਕਰੀਏ ਕਾਨੂੰਨੀ ਪਹਿਲੂਆਂ ਤੇ, ਤੁਸੀਂ ਇੱਕ ਤਾਂ ਗੱਲ ਕਰ ਦਿੱਤੀ ਕਿ ਜਿਹੜੇ ਗੋਦਾਮ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਪਬਲਿਕ ਪ੍ਰਾਪਰਟੀ ਜਿਹੜਾ ਬਣਾ ਦਿੱਤਾ ਜਾਵੇ, ਉਹਦੇ ਨਾਲ ਅਸੀਂ ਇਹ ਚੀਜ਼ਾਂ ਨੂੰ ਰੋਕ ਸਕਦੇ ਹਾਂ। ਹੋਰ ਕਿਹੜੇ ਅਜਿਹੇ ਤਰੀਕੇ ਹੈਗੇ ਜਿਨ੍ਹਾਂ ਦੇ ਨਾਲ ਅਸੀਂ ਕਿਸਾਨ ਆਰਡੀਨੈਂਸਾਂ ਨੂੰ ਰੋਕ ਸਕਦੇ ਹਾਂ ਜਿਹੜੇ ਬਿੱਲ ਬਣ ਚੁੱਕੇ ਆ? ਦੇਖੋ, ਜਿਹੜੀ ਸਾਡੀ ਸਰਕਾਰ ਆ ਉਹ ਕਹਿੰਦੀ ਆ ਕਿ ਮੈਂ ਕਿਸਾਨਾਂ ਦੇ ਨਾਲ ਆ। ਰਾਹੁਲ ਗਾਂਧੀ ਵੀ ਇੱਥੇ ਆਇਆ ਹੋਇਆ। ਜੀ, ਰਾਹੁਲ ਗਾਂਧੀ ਆਪਦੇ ਸਾਰੇ ਆਰਮੀ ਨੂੰ ਲਵੇ, ਜੀ, ਯੂਥ ਕਾਂਗਰਸ ਦੀ, NSUI ਦੀ, ਸਾਰੇ ਜਿੰਨੇ ਵੀ ਉਹਦੀ ਮੈਂਬਰਸ ਨੇ, ਸਾਰਿਆਂ ਨੂੰ ਦਿੱਲੀ ਇਕੱਠਾ ਕਰਕੇ ਪਾਰਲੀਮੈਂਟ ਦਾ ਘਿਰਾਓ ਕਰੇ, ਉੱਥੇ ਬੈਠੇ। ਇੱਥੇ ਰੈਲੀਆਂ ਨਾਲ ਤਾਂ ਕੁਝ ਨਹੀਂ ਹੋਣਾ, ਅਸਰ ਹੋਊਗਾ। ਜੀ, ਜੇਕਰ ਆਪਾਂ ਗੱਲ ਕਰੀਏ, ਇੱਕ ਪਾਸੇ ਤਾਂ ਅਕਾਲੀ ਦਲ ਵੱਲੋਂ ਵੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਕਾਂਗਰਸ ਵੱਲੋਂ ਟਰੈਕਟਰ ਰੈਲੀ ਕੀਤੀ ਗਈ ਤੇ ਵੱਖੋ ਵੱਖਰੇ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ਕਾਰੀਆਂ ਨੇ ਰੇਲਾਂ ਨੂੰ ਰੋਕ ਰਹੀਆਂ ਹੈਗੀਆਂ ਨੇ। ਉੱਥੋਂ ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਕਲਾਕਾਰ ਵੀ ਸ਼ਾਮਲ ਹੋ ਚੁੱਕੇ ਆ ਤੇ ਸ਼ੰਭੂ ਦੇ ਵਿੱਚ ਵੀ ਮੋਰਚਾ ਲੱਗ ਚੁੱਕਿਆ ਸੀਗਾ। ਯਾਰ ਜਿਹੜੇ ਸਾਡੇ ਲੋਕ ਨੇ ਨਾ, ਇਹ ਆਪਣੇ ਦੁਸ਼ਮਣ ਆਪ ਹੀ ਆ। ਜੀ, ਮੈਂ ਜਿੰਨਾ ਕੁ ਦੇਖਿਆ, ਸਾਡੇ ਲੋਕਾਂ ਨੂੰ ਨਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਆਦਤ ਆ। ਉਹ ਇਹ ਨਹੀਂ ਦੇਖਦੇ ਕੀ ਸਹੀ ਆ ਕੀ ਗਲਤ ਆ, ਠੀਕ ਆ, ਜਾਂ ਕਿਸੇ ਚੀਜ਼ ਦੇ ਕਿਹੜੇ ਮੈਸੇਜ ਦੇ ਨਾਲ ਕੀ ਹੋ ਜਾਊਗਾ। ਬਸ ਇੱਕ ਦੂਜੇ ਤੇ ਬਿਆਨਬਾਜ਼ੀਆਂ ਕਰੀ ਜਾਂਦੇ ਆ ਜਿਹੜੀ ਚੀਜ਼ ਗਲਤ ਆ। ਜੀ, ਠੀਕ ਆ। ਬਾਰ-ਬਾਰ ਉਦਣ ਦੀ ਰੌਲਾ ਪਾ ਰਹੀ ਆ ਮੈਂ, ਤਾਂ ਇਕੱਲੀ ਕੁੜੀ ਆ ਜਿਹੜੀ ਰੌਲਾ ਪਾਈ ਜਾ ਰਹੀ ਆ ਵੀ ਬਾਈ ਇਕੱਠੇ ਹੋ ਜਾਓ, ਸਾਰੇ ਜਾਣੇ ਰਲ ਲਓ। ਮੈਨੂੰ ਲੱਗਦਾ ਮੇਰੇ ਕੋਲ ਇਨਫੋਰਮੇਸ਼ਨ ਕੁਝ ਹੋਰ ਹੁੰਦੀ ਆ ਕਿ ਸਾਰੇ ਜਾਣੇ ਰਲ ਗਏ, ਇਕੱਠੇ ਆ, ਬਾਅਦ ਵਿੱਚ ਜਾ ਕੇ ਪਤਾ ਲੱਗਦਾ ਸੀਨ ਹੀ ਕੁਝ ਹੋਰ ਆ। ਫਿਰ ਉਹ ਚੀਜ਼ਾਂ ਹਰਟ ਕਰਦੀਆਂ ਨੇ, ਠੀਕ ਆ, ਉਹ ਦੁੱਖ ਹੁੰਦਾ ਆ। ਸੋ ਗੱਲ ਇਹੀ ਆ ਕਿ ਜਦ ਤੱਕ ਸਾਰੇ ਜਾਣੇ ਇਕੱਠੇ ਹੋ ਕੇ ਨਹੀਂ ਲੜਾਂਗੇ ਕੁਝ ਨਹੀਂ ਹੋਣਾ ਹੈਗਾ। ਇਕੱਠੇ ਹੋ ਕੇ ਲੜਾਂਗੇ, ਅਸੀਂ ਜਿੱਤਾਂਗੇ ਜ਼ਰੂਰ। ਜੀ, ਵਾਕਈ ਸਹੀ ਗੱਲ ਹੈ। ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਏਕਤਾ ਦੇ ਵਿੱਚ ਬਾਲਾ ਸਾਨੂੰ ਇਕੱਠਿਆਂ ਹੋ ਕੇ ਯਤਨ ਕਰਨੇ ਪੈਣਗੇ, ਕਿਉਂਕਿ ਜਦੋਂ ਅਸੀਂ ਇਕੱਠੇ ਹੋਵਾਂਗੇ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਤੱਕ ਇਹ ਚੀਜ਼ ਜਾਊਗੀ ਕਿ ਪੰਜਾਬੀ ਜਿਹੜੇ ਆ ਇਕੱਠੇ ਹੋ ਗਏ ਆ, ਆਪਣੇ ਹੱਕ ਲਈ ਲੜਨ ਲੱਗ ਪਏ ਹੈਗੇ ਆ। ਪਰ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਸਾਰੇ ਜਣੇ ਵੱਖੋ ਵੱਖਰੇ ਕਲਾਕਾਰ ਜਿਹੜੇ ਆ ਵੱਖਰੇ ਥਾਵਾਂ ਤੇ ਧਰਨੇ ਦੇਈ ਜਾ ਰਹੇ ਆ, ਸ਼ੰਭੂ ਮੋਰਚਾ ਵੱਖਰਾ ਲੱਗ ਰਿਹਾ ਆ, ਕਿਸਾਨ ਜਥੇਬੰਦੀਆਂ ਵੱਖਰਾ ਆ, ਆਪਾਂ ਇਹਨਾਂ ਨੂੰ ਇਕੱਠੇ ਕਿਵੇਂ ਕਰ ਸਕਦੇ ਆ? ਜੀ, ਨਹੀਂ, ਆਹੀ ਚੀਜ਼ ਜਿਹੜੀ ਤੁਸੀਂ ਵੀ ਹੁਣ ਸਵਾਲ ਕੀਤਾ, ਇਹੀ ਮੀਡੀਆ ਸਵਾਲ ਕਰੀ ਜਾਂਦੀ ਹੈ, ਇਹ ਗਲਤ ਆ। ਦੇਖੋ,
ਪੂਰਾ ਪੰਜਾਬ ਕਵਰ ਕਰਨਾ, ਪੂਰੇ ਪੰਜਾਬ ਦੇ ਵਿੱਚ ਘਿਰਾਓ ਕਰਨਾ ਆ ਰਿਲਾਇੰਸ ਪੰਪਾਂ ਦਾ, ਰਿਲਾਇੰਸ ਸਟੋਰਾਂ ਦਾ, ਠੀਕ ਆ। ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਰੋਕਣੇ ਨੇ, ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕਣੀਆਂ ਨੇ, ਪੂਰਾ ਪੰਜਾਬ ਆ। ਕਿੰਨੇ ਵੈਨਿਊ ਹੋਣਗੇ ਜੀ, ਠੀਕ ਆ। ਉਸੇ ਤਰ੍ਹਾਂ ਸਾਰੇ ਜਿਹੜੇ ਜਸ ਬਾਜਵੇ ਨੇ ਵੀ ਕਿਹਾ ਸੀਗਾ ਕਿ ਸਾਰੇ ਜਿਹੜੇ ਕਲਾਕਾਰ ਨੇ ਡਿਊਟੀ ਵਾਈਜ਼ ਅੱਡ-ਅੱਡ 2-2 ਜਾਣੇ ਧਰਨਿਆਂ ਤੇ ਜਾ ਰਹੇ ਨੇ ਜੀ, ਸਾਰੇ ਇੱਕੋ ਜਗ੍ਹਾ ਨਹੀਂ ਜਾ ਰਹੇ ਜੀ, ਠੀਕ ਆ। ਇਹ ਗੱਲ ਵੀ ਸਹੀ ਹੈ ਕਿ ਵੱਖੋ ਵੱਖਰੇ ਥਾਵਾਂ ਤੇ ਜਾਵੋ, ਪਰ ਤੁਸੀਂ ਸੱਦਾ ਤਾਂ ਇੱਕ ਦਵੋ ਨਾ। ਸੱਦਾ ਇੱਕ ਹੀ ਆ ਸਾਰਿਆਂ ਦਾ, ਕਿਉਂਕਿ ਗੱਲ ਇਹ ਕਰਦੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਜੀ। ਸੱਦਾ ਜਦ ਮੀਟਿੰਗ 'ਚ ਆਲਰੇਡੀ ਡਿਸਾਈਡ ਹੋ ਗਿਆ ਯਾਰ ਆਹੀ ਚੀਜ਼ ਗਲਤ ਹੋ ਰਹੀ ਆ, ਮੀਡੀਆ ਗਲਤ ਪਾਸੇ ਚੀਜ਼ਾਂ ਨੂੰ ਲੈ ਕੇ ਜਾ ਰਿਹਾ ਆ, ਡਿਸਾਈਡ ਹੋਇਆ ਆ ਕਿ ਅੱਡ-ਅੱਡ ਧਰਨੇ ਲੱਗੇ ਹੋਏ ਨੇ ਜੀ, ਠੀਕ ਹੈ। 7 ਤਰੀਕ ਤੱਕ ਦੀ ਕਾਲ ਆ, ਹਾਂਜੀ 1 ਤੋਂ 7 ਤੱਕ ਦੇ ਦਿੱਤੇ ਗਏ ਸੀਗੇ। 7 ਤਰੀਕ ਤੱਕ ਇਹ ਚੀਜ਼ ਦੀ ਕਾਲ ਆ, ਅੱਡ-ਅੱਡ ਲੱਗੇ ਆ, ਸਾਰੇ ਜਾਣੇ ਅੱਡ-ਅੱਡ ਜਗ੍ਹਾ ਤੇ ਜਾ ਰਹੇ ਆ ਜਿਹਨੂੰ ਜਿਹੜੀ ਨੇੜੇ ਪੈ ਰਹੀ ਆ ਜੀ। ਉਦੋਂ ਬਾਅਦ ਚ ਕਾਲ ਆਊਗੀ, ਇਕੱਠੇ ਹੋਵਾਂਗੇ, ਦਿੱਲੀ ਵੀ ਕੂਚ ਕਰਾਂਗੇ, ਇੱਕ ਪੱਕਾ ਮੋਰਚਾ ਵੀ ਲੱਗੂਗਾ ਜੀ। ਜਾਨੀ ਕਿ ਤੁਸੀਂ ਸਾਰੇ ਤੁਹਾਡਾ ਮਤਲਬ ਇਹ ਹੈ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਬਿਲਕੁਲ ਇਕੱਠੇ ਥਾਵਾਂ ਵੱਖੋ ਵੱਖਰੀਆਂ ਨੇ ਕਿ ਸਾਰੇ ਤੱਕ ਪਹੁੰਚ ਨਹੀਂ ਕੀਤੀ ਜਾ ਯਾਰ ਸਕਦੀ। ਇਸ਼ੂ ਸੇਮ ਆ ਜੀ, ਠੀਕ ਆ। ਹੁਣ ਇੱਕ ਮੁਕਤਸਰ ਦਾ ਬੰਦਾ ਸ਼ੰਭੂ ਕਿਉਂ ਆਊਗਾ ਜੀ, ਠੀਕ ਆ, ਜਾਂ ਫਿਰ ਇੱਕ ਮੋਹਾਲੀ ਦੇ ਬੰਦੇ ਨੂੰ ਸ਼ੰਭੂ ਨੇੜੇ ਪਊਗਾ ਜਾਂ ਉਹ ਫਿਰ ਬਠਿੰਡੇ ਜਾਊਗਾ ਜੀ। ਆਹੀ ਗੱਲ ਨਹੀਂ ਸਮਝ ਆ ਰਹੀ ਹੈਗੀ ਸਾਰਿਆਂ ਨੂੰ, ਉਹ ਉੱਥੇ ਚਲਿਆ ਗਿਆ, ਉਹ ਉੱਥੇ ਚਲਿਆ ਗਿਆ, ਇਦਾਂ ਕੁਝ ਵੀ ਨਹੀਂਗਾ, ਸਾਰੇ ਇਕੱਠੇ ਆ। ਐਵੇਂ ਲੋਕਾਂ ਦੇ ਵਿੱਚ ਗੁੰਮਰਾਹ ਕਰਨ ਵਾਲੇ ਮੈਸੇਜ ਭੇਜੇ ਜਾ ਰਹੇ ਆ। ਮੈਂ ਇੱਥੋਂ ਵੀ ਕਹਿਣਾ ਚਾਹੁੰਦੀ ਆ ਸਾਰੇ ਇਕੱਠੇ ਨੇ ਔਰ ਏਕਤਾ 'ਚ ਬਾਲਾ ਸੀ, ਸਾਰਿਆਂ ਨੇ ਉਦਣ ਕਿਹਾ ਇੱਕ ਦੂਜੇ ਦੇ ਨਾਲ ਆ, ਸਾਰੇ ਇਕੱਠੇ ਆ, ਕੋਈ ਇੱਕ ਦੂਜੇ ਤੋਂ ਅੱਡ ਨਹੀਂ। ਸਿਰਫ ਇੰਨੀ ਕੁ ਗੱਲ ਆ ਕਿ ਮੈਨੂੰ ਲੱਗਿਆ, ਉਹ ਮੇਰਾ ਆਪਣਾ ਵਿਚਾਰ ਆ, ਉਹ ਇਦਾਂ ਦਾ ਕੁਝ ਨਹੀਂ, ਮੈਨੂੰ ਲੱਗਿਆ ਕਿ ਸਾਨੂੰ ਸ਼ੰਭੂ ਮੋਰਚੇ 'ਚ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ, ਭਾਸ਼ਣਬਾਜ਼ੀ ਨਹੀਂ, ਸਾਨੂੰ ਉੱਥੇ ਲੋਕ ਰਾਹ ਰੋਕਣ ਆਏ ਸੀ, ਸਾਨੂੰ ਉੱਥੇ ਚੱਕਾ ਜਾਮ ਕਰਨਾ ਚਾਹੀਦਾ, ਬਾਰਡਰ ਸੀਲ ਕਰਨਾ ਚਾਹੀਦਾ। ਜੇ ਬਾਰਡਰ ਸੀਲ ਨਹੀਂ ਹੈਗਾ ਫਿਰ ਮੈਂ ਉੱਥੇ ਨਹੀਂ ਜਾਣਾ ਚਾਹੁੰਦੀ, ਦੈਟਸ ਇਟ। ਜੀ, ਜੀ, ਬਾਕੀ ਤੁਸੀਂ ਸਹੀ ਗੱਲ ਕੀਤੀ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਬਾਕੂ ਵੀ ਦੱਸਿਆ ਹੈਗਾ ਕਿ ਅਸੀਂ ਜਿਹੜਾ ਹੈਗਾ ਸਾਰੇ ਇਕੱਠੇ ਹਾਂ, ਕਿਉਂਕਿ ਉਹ ਲੋਕਾਂ ਦੇ ਵਿੱਚ ਇਹ ਭਰਮ ਸੀਗਾ ਕਿ ਸਾਰੇ ਵੱਖੋ ਵੱਖਰੇ ਵਾਹਾਂ ਤੇ ਚੱਲ ਰਹੇ ਹੈਗੇ ਆ। ਤੁਸੀਂ ਇਸ ਗੱਲ ਨੂੰ ਕਲੀਅਰ ਕੀਤਾ ਹੈਗਾ ਤੇ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਦੇਖੋ ਲੜਾਈ ਜਿਹੜੀ ਹੈਗੀ ਆ ਬਹੁਤ ਲੰਬੀਆਂ ਚੱਲਦੀਆਂ ਹੁੰਦੀਆਂ ਨੇ। ਇਹ ਕਿਸਾਨ ਜਥੇਬੰਦੀਆਂ ਨੇ ਬਥੇਰੇ ਇਲਜ਼ਾਮ ਵੀ ਲੱਗੇ ਹੋਣਗੇ, ਬਹੁਤ ਚੀਜ਼ਾਂ ਹੁੰਦੀਆਂ ਨੇ, ਪਰ ਉਹਨਾਂ ਨੇ ਬਹੁਤ ਵੱਡੇ ਘੋਲ ਸੰਘਰਸ਼ ਲੜੇ ਨੇ, ਠੀਕ ਆ। ਉਹ ਕਿਸਾਨਾਂ ਲਈ ਇੰਨੀ ਦੇਰ ਤੋਂ ਸੰਘਰਸ਼ਸ਼ੀਲ ਨੇ, ਹੋਰ ਮੁੱਦਿਆਂ ਨੂੰ ਲੈ ਕੇ ਵੀ ਹੈਗੀਆਂ ਨੇ। ਪਹਿਲਾਂ ਆਪਾਂ ਆਰਡੀਨੈਂਸ ਵਾਪਸ ਕਰਾ ਲਈਏ ਰਲ ਮਿਲ ਕੇ, ਡਟ ਕੇ, ਠੀਕ ਆ, ਤੇ ਉਦੋਂ ਬਾਅਦ ਵਿੱਚ ਅਸੀਂ ਪੰਜਾਬ ਦੇ ਬਾਕੀ ਹੱਕ ਵੀ ਲੈ ਲਾਂਗੇ। ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਦਰਸ਼ਕੋ, ਵਾਕਈ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਨੇ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ, ਕਿਉਂਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਭਰਮ ਸੀਗੇ ਕਿ ਕਿਤੇ ਜਿਹੜੀਆਂ ਸਾਰੀਆਂ ਵੱਖੋ ਵੱਖਰੇ ਰਾਹਾਂ ਤੇ ਤੁਰ ਰਹੇ ਹੈਗੇ ਆ, ਕਿ ਕਿਤੇ ਨਾ ਕਿਤੇ ਇਹ ਜਿਹੜੇ ਅੰਦੋਲਨ ਚੱਲ ਰਹੇ ਆ, ਕਿਤੇ ਇਹ ਜਿਹੜੇ ਆ ਇਹਨਾਂ ਦਾ ਜੋਸ਼ ਘਟ ਨਾ ਜਾਵੇ। ਸੋ ਦਰਸ਼ਕੋ, ਜੇਕਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਪੈਣਗੇ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ, ਧੰਨਵਾਦ।